ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪਾਂ ਐਤਵਾਰ ਵਾਲੇ ਦਿਨ ਗੁਰਬਾਣੀ ਦੇ ਸਿਰਲੇਖਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਪਿੱਛੇ ਆਪਾਂ ਰਾਮਕਲੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਦੀ ਉਚਾਰੀ ਹੋਈ ਅੰਮ੍ਰਿਤ ਬਾਣੀ ਓੰਕਾਰ ਦਾ ਸਿਰਲੇਖ ਸਮਝਿਆ ਸੀ। ਉਸ ਵਿੱਚ ਇੱਕ ਕਰੈਕਸ਼ਨ ਕਰਨਾ ਚਾਹ ਰਿਹਾ ਹਾਂ। ਮੇਰੀ ਗਲਤੀ ਅਨੁਸਾਰ ਓੰਕਾਰ ਦੀ ਬਾਣੀ ਦਾ ਪੰਨਾ ਨੰਬਰ 929 ਤੋਂ 930 ਮੇਰੇ ਤੋਂ ਲਿਖਿਆ ਗਿਆ ਸੀ। ਸੋ ਉਹਦਾ ਜੋ ਠੀਕ ਪੰਨਾ ਨੰਬਰ ਹੈ ਉਹ 929 ਤੋਂ 938 ਤੱਕ ਹੈ। ਸੋ ਇਸ ਨੂੰ ਧਿਆਨ 'ਚ ਰੱਖਿਆ ਜਾਏ। ਮੇਰੇ ਤੋਂ ਜਾਣੇ ਜਾਂ ਅਣਜਾਣੇ ਉਹ 930 ਲਿਖਿਆ ਗਿਆ ਸੀ। ਪਿਛਲੀ ਕਥਾ ਦੌਰਾਨ ਆਪਾਂ ਸਿੱਧ ਗੋਸ਼ਟ ਬਾਣੀ ਉੱਤੇ ਜਾਂ ਸਿਰਲੇਖ ਉੱਤੇ ਵਿਚਾਰ ਕਰ ਰਹੇ ਸਾਂ ਤੇ ਆਪਾਂ ਇਹ ਸਮਝਿਆ ਸੀ ਕਿ ਇਸ ਬਾਣੀ ਵਿੱਚ ਤਕਰੀਬਨ ਸਿੱਧ ਮਹਾਂਪੁਰਸ਼ਾਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿਹੜੇ ਸਵਾਲ ਸਾਂਝੇ ਕੀਤੇ ਗਏ ਉਹ ਤਕਰੀਬਨ 70 ਕੁ ਦੇ ਲਗਭਗ ਹਨ। ਗੁਰੂ ਨਾਨਕ ਸਾਹਿਬ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ। ਜਿਵੇਂ ਉਹਨਾਂ ਨੇ ਸਵਾਲ ਕੀਤਾ ਸੀ, ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਇਹ ਉਹਨਾਂ ਨੇ ਇੱਕੋ ਹੀ ਪੰਕਤੀ ਵਿੱਚ 4 ਸਵਾਲ ਕਰ ਦਿੱਤੇ ਕਿ ਗੁਰੂ ਨਾਨਕ ਸਾਨੂੰ ਇਹ ਦੱਸੋ ਕਿ ਸਾਡੇ ਜੀਵਨ ਦਾ ਮੂਲ ਕੀ ਹੈ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਸ ਬ੍ਰਹਿਮੰਡ ਦਾ ਮੂਲ ਕੀ ਹੈ, ਕਵਨ ਮੂਲ। ਗੁਰੂ ਨਾਨਕ ਸਾਹਿਬ ਨੇ ਇਸ ਦਾ ਜਵਾਬ ਦਿੱਤਾ ਸੀ, ਪਵਨ ਆਰੰਭ। ਇਹ ਸ੍ਰਿਸ਼ਟੀ ਦੀ ਰਚਨਾ ਵਾਹਿਗੁਰੂ ਜੀ ਨੇ ਪਵਨ ਤੋਂ ਆਰੰਭੀ ਸੀ ਤੇ ਸਾਡੇ ਜੀਵਨ ਦਾ ਮੂਲ ਵੀ ਪਵਨ ਹੀ ਹੈ। ਬੱਚਾ ਪੈਦਾ ਹੋਵੇ, ਉਹਦਾ ਸਰੀਰ ਜਿੰਨਾ ਮਰਜ਼ੀ ਸੁੰਦਰ ਹੋਵੇ, ਅਰਿਸ਼ਟ ਪੁਸ਼ਟ ਹੋਵੇ, ਪਰ ਜੇ ਵਿੱਚ ਪ੍ਰਾਣ ਨਹੀਂ ਹੋਣ ਤੇ ਡਾਕਟਰ ਲੋਕ ਉਸ ਨੂੰ ਮੁਰਦਾ ਡਿਕਲੇਅਰ ਕਰ ਦਿੰਦੇ ਨੇ। ਸਾਰਾ ਕੁਝ ਠੀਕ ਸੀ, ਕੇਵਲ ਵਿੱਚ ਪਵਨ ਨਹੀਂ ਸੀ, ਪ੍ਰਾਣ ਨਹੀਂ ਸਨ। ਸੋ ਸਾਡੇ ਜੀਵਨ ਦਾ ਮੂਲ ਹੈ ਜੀ ਪਵਨ ਆਰੰਭ। ਪਵਨ ਤੋਂ ਹੀ ਸਾਡਾ ਜੀਵਨ ਬਣਦਾ, ਨਹੀਂ ਤੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਜੀਵਨ ਨਹੀਂ ਹੁੰਦਾ। ਅੱਗੇ ਉਹਨਾਂ ਨੇ ਆਖਿਆ ਸੀ ਕਵਨ ਮਤ ਵੇਲਾ। ਇਹ ਜਿਹੜਾ ਸਾਡਾ ਜੀਵਨ ਹੈ, ਇਹ ਜ਼ਿੰਦਗੀ ਇੱਕ ਨਿਯਤ ਸਮਾਂ ਹੈ। ਇਹ ਜਿਹੜਾ ਸਾਡੀ ਜ਼ਿੰਦਗੀ ਇੱਕ ਨਿਯਤ ਸਮਾਂ ਹੈ, ਇਹ ਕਿਸ ਤੋਂ ਮੱਤ ਲੈਣ ਦਾ ਵੇਲਾ ਹੈ। ਸੋ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਸਤਿਗੁਰ ਮੱਤ ਵੇਲਾ। ਇਸ ਜੀਵਨ ਨੂੰ ਸਫਲ ਬਣਾਉਣ ਲਈ ਸਾਨੂੰ ਆਪਣੇ ਗੁਰੂ ਤੋਂ ਮੱਤ ਲੈਣੀ ਚਾਹੀਦੀ ਹੈ। ਗੁਰੂ ਅਸਲ ਵਿੱਚ ਉਹ ਹੀ ਹੁੰਦਾ ਜੋ ਸਾਨੂੰ ਨਿਰਾਕਾਰ ਨਾਲ ਜੋੜ ਦੇਵੇ, ਆਪ ਜੁੜਿਆ ਹੋਵੇ ਤੇ ਸਾਨੂੰ ਉਹਦੇ ਨਾਲ ਜੋੜੇ। ਨਿਰਾਕਾਰ ਨਾਲ ਜੁੜਨਾ ਜ਼ਰੂਰੀ ਕਿਉਂ ਹੈ?
ਕਿਉਂਕਿ ਅਸੀਂ ਨਿਰਾਕਾਰ ਤੋਂ ਹੀ ਪੈਦਾ ਹੋਏ ਹਾਂ। ਇਹ ਜਿਹੜਾ ਦਿਸਦਾ ਆਕਾਰ ਹੈ ਸਰੀਰ, ਇਹ ਦਿਸਦਾ ਆਕਾਰ ਨਿਰਾਕਾਰ ਤੋਂ ਹੀ ਆਇਆ ਹੈ। ਤੇ ਜੇ ਉਹਦੇ ਵਿੱਚ ਜਿਉਂਦੇ ਜੀ ਅਸੀਂ ਲੀਨ ਹੋਈਏ ਤੇ ਸਾਡੇ ਜੀਵਨ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਜੇ ਅਸੀਂ ਜਿਉਂਦੇ ਜੀ ਉਹਦੇ ਵਿੱਚ ਸਮਾ ਨਹੀਂ ਜਾਂਦੇ ਤੇ ਸਾਡੇ ਜੀਵਨ ਦਾ ਜਿਹੜਾ ਮਨੋਰਥ ਹੈ ਇਹ ਅਧੂਰਾ ਰਹਿ ਜਾਂਦਾ ਹੈ। ਫਿਰ ਉਹਨਾਂ ਨੇ ਆਖਿਆ ਸੀ ਤੇਰਾ ਕਵਨ ਗੁਰੂ, ਕਿਉਂਕਿ ਆਪਾਂ ਸਮਝ ਲਿਆ ਕਿ ਸਾਰੇ ਸਵਾਲ ਸਿੱਧ ਲੋਕਾਂ ਦੇ ਨੇ। ਗੁਰੂ ਨਾਨਕ ਸਾਹਿਬ ਦਾ ਇੱਕ ਵੀ ਸਵਾਲ ਨਹੀਂ, ਉਹਨਾਂ ਦੇ ਕੇਵਲ ਜਵਾਬ ਨੇ। ਇੰਨੇ ਸੋਹਣੇ ਜਵਾਬ ਉਹਨਾਂ ਨੂੰ ਮਿਲਦੇ ਰਹੇ, ਉਹ ਹੈਰਾਨ ਵੀ ਹੁੰਦੇ ਸਨ ਕਿ ਅਸੀਂ ਇੰਨੀ ਵੱਡੀ ਉਮਰ ਦੇ ਮਾਲਕ, ਸੈਂਕੜੇ ਵਰ੍ਹਿਆਂ ਦੇ ਅਸੀਂ ਪਹਾੜਾਂ ਵਿੱਚ ਤਪ ਸਾਧਨਾਵਾਂ ਕਰ ਰਹੇ ਹਾਂ। ਇਹ ਇੱਕ 32-35 ਸਾਲ ਦਾ ਜਵਾਨ ਏ, ਇਹੋ ਜਿਹੇ ਜਵਾਬ ਦਿੰਦਾ ਹੈ ਕਿ ਸਾਡੇ ਕੋਲ ਉਸ ਦਾ ਕੋਈ ਬਦਲ ਨਹੀਂ ਹੈ। ਤਾਂ ਹੀ ਉਹਨਾਂ ਪੁੱਛਿਆ, ਨਾਨਕ ਜੀ ਤੇਰਾ ਗੁਰੂ ਕੌਣ ਹੈ? ਇੰਨੇ ਸੋਹਣੇ ਜਵਾਬ ਤੁਸੀਂ ਸਾਨੂੰ ਦਿੰਦੇ ਹੋ ਔਰ ਬੜੇ ਪਾਏਦਾਰ ਜਵਾਬ ਨੇ ਤੁਹਾਡੇ, ਉਹਨਾਂ ਉੱਤੇ ਕਿੰਤੂ ਪਰੰਤੂ ਕੀਤਾ ਹੀ ਨਹੀਂ ਜਾ ਸਕਦਾ। ਸਾਨੂੰ ਕਿਰਪਾ ਕਰਕੇ ਦੱਸੋ ਤੁਹਾਡਾ ਗੁਰੂ ਕੌਣ ਹੈ, ਜਿਸ ਕਾ ਤੂੰ ਚੇਲਾ, ਜਿਹਦਾ ਤੂੰ ਸਿੱਖ ਹੈ ਜਾਂ ਜਿਹਦਾ ਤੂੰ ਸੇਵਕ ਹੈ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਗੁਰੂ ਸ਼ਬਦ ਹੈ। ਇੱਥੇ ਸ਼ਬਦ ਦਾ ਅਰਥ ਹੈ ਜੀ ਪਰਮਾਤਮਾ। ਮੇਰਾ ਗੁਰੂ ਪਰਮਾਤਮਾ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਮੈਨੂੰ ਮੇਰਾ ਗੁਰੂ ਪਰਮੇਸ਼ਵਰ ਮਿਲਿਆ ਹੈ, ਜਿਸ ਨੇ ਮੈਨੂੰ ਇਹ ਚੰਗੀ ਸਿੱਖਿਆ ਦਿੱਤੀ, ਜਿਸ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ। ਤੇ ਉਸ ਦਾ ਚੇਲਾ ਇਹ ਸਰੀਰ ਨਹੀਂ ਹੈ। ਸੁਰਤ ਧੁਨ, ਧੁਨ ਦਾ ਅਰਥ ਹੁੰਦਾ ਹੈ ਜੀ ਇੱਕ ਲਗਾਤਾਰ ਆਵਾਜ਼, ਜਿਹਦੇ ਵਿੱਚ ਜੁੜੀ ਹੋਈ ਮੇਰੀ ਸੁਰਤ ਉਸ ਦਾ ਚੇਲਾ ਜਾਂ ਸੇਵਕ ਬਣੀ ਹੋਈ ਹੈ। ਸੋ ਆਪਾਂ ਸਿੱਖ ਅਖਵਾਉਂਦੇ ਹਾਂ, ਚੇਲੇ ਅਖਵਾਉਂਦੇ ਹਾਂ, ਅਸੀਂ ਸਿੱਖਿਆਰਥੀ ਜਾਂ ਵਿਦਿਆਰਥੀ ਅਖਵਾਉਂਦੇ ਹਾਂ। ਤੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਏ ਕਿ ਅਸੀਂ ਨਾ ਸਰੀਰ ਕਰਕੇ ਸਿੱਖ ਹੋ ਸਕਦੇ ਹਾਂ, ਨਾ ਸਰੀਰ ਕਰਕੇ ਹਿੰਦੂ, ਮੁਸਲਿਮ, ਈਸਾਈ, ਜੈਨੀ, ਬੋਧੀ ਹੋ ਸਕਦੇ ਹਾਂ। ਇਹ ਸਾਨੂੰ ਝੂਠੇ ਹੀ ਵਿਸ਼ਵਾਸ ਦਿਵਾਏ ਗਏ ਨੇ ਕਿ ਤੂੰ ਇਹ ਹੈ ਤੇ ਤੂੰ ਇਹ ਹੈ। ਇਸ ਗੱਲ ਨੂੰ ਜੀ ਬੜੀ ਹੀ ਸਮਝਣ ਦੀ ਜ਼ਰੂਰਤ ਹੈ। ਜੇਕਰ ਇਸ ਲੋਕ ਦੇ ਯਾਨੀ ਇਸ ਧਰਤੀ ਦੇ ਵਸਣ ਵਾਲੇ ਵਸਿੰਦੇ ਲੋਕ ਇਸ ਗੱਲ ਨੂੰ ਸਮਝ ਲੈਣ ਕਿ ਅਸੀਂ ਜੋ ਸਾਨੂੰ ਦੱਸਿਆ ਜਾ ਰਿਹਾ ਅਸੀਂ ਇਹ ਨਹੀਂ ਹਾਂ, ਤੇ ਇਸ ਧਰਤੀ ਉੱਤੋਂ ਬਹੁਤ ਸਾਰੇ ਝਗੜੇ ਸਹਿਜ ਸੁਭਾਏ ਖਤਮ ਹੋ ਸਕਦੇ ਨੇ। ਝਗੜਿਆਂ ਦਾ ਕਾਰਨ ਮੁੱਖ ਰੂਪ ਵਿੱਚ ਇਹੋ ਹੀ ਏ ਕਿ ਤੂੰ ਹੋਰ ਏ ਤੇ ਮੈਂ ਹੋਰ ਹਾਂ। ਜਿਸ ਦਿਨ ਇਹ ਸਮਝ ਆ ਗਈ ਕਿ ਨਾ ਤੂੰ ਹੋਰ ਏ ਨਾ ਮੈਂ ਹੋਰ ਹਾਂ, ਅਸੀਂ ਦੋਵੇਂ ਇੱਕ ਹੀ ਹਾਂ, ਫਿਰ ਕਿਉਂ ਝਗੜਾਂਗੇ, ਕਿਉਂ ਕਿਸੇ ਨਾਲ ਲੜਾਂਗੇ। ਸੋ ਸਤਿਗੁਰੂ ਜੀ ਨੇ ਆਖਿਆ, ਮੇਰਾ ਗੁਰੂ ਪਰਮੇਸ਼ਵਰ ਹੈ। ਉਸ ਪਰਮਾਤਮਾ ਵਿੱਚ, ਉਸ ਨਿਰਾਕਾਰ ਵਿੱਚ, ਉਸ ਸ਼ਬਦ ਧੁਨੀ ਦੁਆਰਾ ਹੀ ਜੁੜਿਆ ਜਾ ਸਕਦਾ ਹੈ। ਉਹਦੇ ਵਿੱਚ ਅੱਠੇ ਵਕਤ ਮੇਰੀ ਸੁਰਤ ਜੁੜੀ ਰਹਿੰਦੀ ਏ। ਇਹੋ ਹੀ ਉਸ ਦਾ ਚੇਲਾ ਜਾਂ ਉਸ ਦਾ ਸਿੱਖ ਹੋਣਾ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਤੇ ਜਵਾਬ ਹੋਏ, ਜਿਹੜੇ ਅੱਜ ਮੈਂ ਤੁਹਾਡੇ ਨਾਲ ਲਿਖਤੀ ਰੂਪ ਵਿੱਚ ਸਾਂਝੇ ਕਰਨੇ ਨੇ। ਉਹ ਕੇਵਲ 4 ਸਵਾਲ ਨੇ ਸਿੱਧਾਂ ਦੇ, ਤੇ ਉਹਨਾਂ ਨੂੰ ਆਪਾਂ ਸਮਝ ਲਈਏ। ਉਹਨਾਂ ਦਾ ਜਿਹੜਾ ਪਹਿਲਾ ਸਵਾਲ ਏ,
ਜਦੋਂ ਗੁਰੂ ਨਾਨਕ ਸਾਹਿਬ ਜੀ ਨਾਲ ਜੋ ਆਪਾਂ ਉੱਤੇ ਗੱਲਬਾਤ ਕੀਤੀ ਏ, ਇਹੋ ਜਿਹੇ ਬੜੇ ਗਹਿਰੇ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਕਰ ਲਏ, ਤੇ ਫਿਰ ਉਹਨਾਂ ਨੇ ਇਹ ਪੁੱਛਿਆ ਕਿ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਤੁਸੀਂ ਆਪਣਾ ਘਰ-ਬਾਰ ਕਾਹਦੇ ਵਾਸਤੇ ਛੱਡਿਆ? ਇੱਥੇ ਕਾਰਨ ਦਾ ਮਤਲਬ ਹੈ ਵਾਸਤੇ, ਕਾਹਦੇ ਵਾਸਤੇ, ਕਿਸ ਕਾਰਨ ਤੁਸੀਂ ਆਪਣਾ ਘਰ-ਬਾਰ ਕਿਉਂ ਛੱਡਿਆ ਤੇ ਉਦਾਸੀ ਕਿਉਂ ਧਾਰਨ ਕੀਤੀ? ਉਦਾਸੀ ਦਾ ਮਤਲਬ ਜੀ ਉਹ ਨਹੀਂ ਹੈਗਾ ਜਿਹੜਾ ਆਪਾਂ ਕਈ ਵਾਰੀ ਸੋਚ ਲੈਂਦੇ ਆ ਕਿ ਜਦੋਂ ਬੰਦਾ ਘਰੋਂ ਪਰੇਸ਼ਾਨ ਹੋਵੇ, ਦੁਖੀ ਹੋਵੇ, ਕੋਈ ਕੰਮ ਨਾ ਚੱਲਦਾ ਹੋਵੇ ਤੇ ਉਹ ਬੜਾ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ ਆਪਣੇ ਜੀਵਨ ਤੋਂ। ਇੱਥੇ ਇਸ ਉਦਾਸੀ ਦਾ ਉਹ ਮਤਲਬ ਨਹੀਂ ਹੈਗਾ। ਇੱਥੇ ਉਦਾਸੀ ਦਾ ਮਤਲਬ ਹੈ ਘਰ ਨੂੰ ਛੱਡ ਕੇ ਕਿਸ ਕਾਰਨ ਤੁਸੀਂ ਬਾਹਰ ਨਿਕਲੇ ਹੋ। ਉਦਾਸੀ ਦਾ ਇੱਕ ਮਤਲਬ ਹੁੰਦਾ ਹੈ ਭ੍ਰਮਣ ਕਰਨਾ, ਇੱਕ ਮਤਲਬ ਹੁੰਦਾ ਹੈ ਅਧਿਆਤਮਿਕ ਯਾਤਰਾ ਕਰਨਾ। ਕਿਸ ਕਾਰਨ ਤੁਸੀਂ ਘਰ-ਬਾਰ ਛੱਡਿਆ ਤੇ ਉਦਾਸੀ ਬਣੇ, ਯਾਨੀ ਭ੍ਰਮਣ ਕਰਨ ਵਾਸਤੇ ਸੰਸਾਰ ਵਿੱਚ ਨਿਕਲੇ, ਇਹਦਾ ਕਾਰਨ ਕੀ ਹੈ ਸਾਨੂੰ ਦੱਸੋ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਜਵਾਬ ਦਿੱਤਾ, ਗੁਰਮੁਖ ਖੋਜਤ ਭਏ ਉਦਾਸੀ। ਮੈਂ ਗੁਰਮੁਖਾਂ ਦੀ ਭਾਲ ਵਿੱਚ ਭ੍ਰਮਣ ਵਾਸਤੇ ਨਿਕਲਿਆ ਹਾਂ। ਗੁਰਮੁਖ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ। ਗੁਰਮੁਖ ਉਸ ਨੂੰ ਨਹੀਂ ਆਖਦੇ ਜਿਸ ਨੇ ਕੋਈ ਕਿਸੇ ਇੱਕ ਵੱਖਰੀ ਕਿਸਮ ਦਾ ਬਾਣਾ ਧਾਰਨ ਕਰ ਲਿਆ ਹੋਵੇ, ਕਿਸੇ ਨੇ ਇੱਕ ਵੱਖਰੀ ਕਿਸਮ ਦਾ ਆਪਣਾ ਰੂਪ ਬਣਾ ਲਿਆ ਹੋਵੇ, ਉਸ ਨੂੰ ਗੁਰਮੁਖ ਨਹੀਂ ਆਖਿਆ ਜਾਂਦਾ। ਗੁਰਮੁਖ ਦਾ ਮਤਲਬ ਹੁੰਦਾ ਹੈ, ਇੱਕ ਤੇ ਸਿੱਧਾ ਜਿਹਾ ਦਾ ਮਤਲਬ ਹੈ ਜਿਸ ਮਨੁੱਖ ਦਾ ਮੁਖ ਆਪਣੇ ਗੁਰੂ ਵੱਲ ਹੋ ਗਿਆ ਹੋਵੇ, ਯਾਨੀ ਉਹ ਹੁਣ ਹਮੇਸ਼ਾ ਆਪਣੇ ਗੁਰੂ ਦੀ ਆਸ ਤੱਕਦਾ ਹੋਵੇ, ਆਪਣੇ ਗੁਰੂ ਦਾ ਸਹਾਰਾ ਤੱਕਦਾ ਹੋਵੇ, ਆਪਣੇ ਗੁਰੂ ਦੀ ਸਿੱਖਿਆ ਨੂੰ ਸੁਣਨ ਵਾਸਤੇ ਤਤਪਰ ਹੋਵੇ। ਇੱਕ ਤੇ ਦੇ ਅਰਥ ਇਹ ਹੁੰਦੇ ਨੇ। ਦੂਸਰੇ ਦੇ ਅਰਥ ਹੁੰਦੇ ਨੇ ਗੁਰੂ ਦੀ ਗੱਲ ਨੂੰ ਮੰਨਣ ਵਾਲਾ। ਜਿਹੜਾ ਵਿਅਕਤੀ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ, ਆਪਾਂ ਪਿੱਛੇ ਜੇ ਮੰਨਣ ਕਰਨ ਉੱਤੇ ਕਾਫੀ ਸਮਾਂ ਲਗਾਇਆ ਸੀ, ਤੁਸੀਂ ਸਮਝ ਗਏ ਹੋਵੋਗੇ ਮੰਨਣਾ ਕੀ ਹੁੰਦਾ ਹੈ। ਮੰਨਣਾ ਇਹੋ ਹੀ ਨਹੀਂ ਹੁੰਦਾ ਕਿ ਗੁਰੂ ਨੇ ਜੋ ਆਖਿਆ ਉਹ ਠੀਕ ਹੈ, ਇਹਨੂੰ ਮੰਨਣਾ ਨਹੀਂ ਆਖੀਦਾ। ਮੰਨਣਾ ਹੁੰਦਾ ਹੈ ਗੁਰੂ ਦੇ ਆਖੇ ਹੋਏ ਬਚਨਾਂ ਨੂੰ ਜੀਵਨ ਵਿੱਚ ਅਪਣਾ ਲੈਣਾ, ਉਹਦੇ ਮੁਤਾਬਕ ਜੀਵਨ ਜਿਉਣਾ। ਜਿਹੜਾ ਇਸ ਕਿਰਿਆ ਨੂੰ ਕਰਦਾ ਹੈ ਉਸ ਨੂੰ ਗੁਰਮੁਖ ਆਖਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਸਿੱਧ ਲੋਕੋ, ਮੈਂ ਇਹੋ ਜਿਹੇ ਗੁਰਮੁਖਾਂ ਨੂੰ ਮਿਲਣ ਵਾਸਤੇ ਘਰ-ਬਾਰ ਛੱਡ ਕੇ ਧਰਤੀ ਦੇ ਭ੍ਰਮਣ ਵਾਸਤੇ ਨਿਕਲਿਆ ਹਾਂ। ਦੂਸਰਾ ਉਹਨਾਂ ਦਾ ਸਵਾਲ ਹੈ, ਕਿਸ ਕਾਰਨ ਇਹ ਭੇਖ ਨਿਵਾਸੀ। ਤੁਹਾਨੂੰ ਇੱਕ ਗੱਲ ਪਤਾ ਹੋਣੀ ਹੈ ਕਿ ਗੁਰੂ ਨਾਨਕ ਸਾਹਿਬ ਇੱਕ ਇਹੋ ਜਿਹੇ ਵਿਅਕਤੀ ਹੋਏ ਨੇ ਜਿਹੜੇ ਕਿਸੇ ਵੀ ਬੰਦਿਸ਼ ਵਿੱਚ ਬੱਝੇ ਹੋਏ ਨਹੀਂ ਸਨ। ਆਪਾਂ ਬੀਤੇ ਸ਼ੁੱਕਰਵਾਰ ਵਾਲੇ ਦਿਨ ਗੱਲ ਕਰਦੇ ਸਾਂ ਸੂਫੀ ਸਾਧੂਆਂ ਦੀ। ਜਿਹੜੇ ਫਰੀਦ ਸਾਹਿਬ ਨੇ ਉਹ ਇੱਕੋ ਇਸਲਾਮ ਸੂਫੀ ਮਤ ਦੇ ਧਾਰਨੀ ਸਨ। ਇਸਲਾਮ ਦੇ ਅੰਦਰ ਜਿਹੜੇ ਸੂਫੀ ਮਤ ਦੇ ਲੋਕ ਹੁੰਦੇ ਨੇ, ਉਹ ਕਿਸੇ ਪ੍ਰਕਾਰ ਦੀ ਸ਼ਰ੍ਹਾ ਨੂੰ, ਮਰਿਆਦਾ ਨੂੰ ਨਹੀਂ ਅਪਣਾਉਂਦੇ ਜਿਹੜੀ ਮਨੁੱਖਤਾ ਵੱਲੋਂ ਬਣਾਈ ਹੁੰਦੀ ਏ। ਉਹ ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦੇ ਨੇ। ਉਹ ਕੁਦਰਤ ਦੇ ਵਿੱਚ ਪਰਮਾਤਮਾ ਨੂੰ ਵੇਖਦੇ ਨੇ ਰਮਿਆ ਹੋਇਆ, ਤੇ ਕੁਦਰਤ ਦੇ ਬਣਾਏ ਹੋਏ ਅਸੂਲਾਂ ਨੂੰ ਹੀ ਆਪਣੀ ਮਰਿਆਦਾ ਸਮਝਦੇ ਨੇ। ਉਹਦੇ ਮੁਤਾਬਕ ਉਹ ਜੀਵਨ ਜਿਉਂਦੇ ਨੇ। ਉਹ ਅਖੌਤੀ ਮਰਿਆਦਾਵਾਂ ਦੇ ਬੰਧਨ ਵਿੱਚ ਜਾਂ ਇਸ ਦੀ ਕੈਦ ਵਿੱਚ ਬੱਝੇ ਹੋਏ ਨਹੀਂ ਹੁੰਦੇ। ਕਿਸ ਕਾਰਨ ਇਹ ਭੇਖ ਨਿਵਾਸੀ। ਲੇਕਿਨ
ਇਹੋ ਜਿਹੇ ਜਿਹੜੇ ਉੱਚ ਪਾਏ ਦੇ ਮਹਾਂਪੁਰਸ਼ ਹੁੰਦੇ ਨੇ, ਉਹਨਾਂ ਨੂੰ ਕੋਈ ਖਾਸ ਭੇਖ ਨਾਲ ਵੀ ਲਗਾਵ ਨਹੀਂ ਹੁੰਦਾ। ਜੇ ਗੁਰੂ ਨਾਨਕ ਸਿੱਧਾਂ ਦੇ ਕੋਲ ਗਏ ਤੇ ਸਿੱਧਾਂ ਵਰਗੇ ਬਸਤਰ ਪਹਿਨ ਲਏ, ਜੇ ਗੁਰੂ ਨਾਨਕ ਸਾਹਿਬ ਹਿੰਦੂ ਮੰਦਰਾਂ ਵਿੱਚ ਗਏ ਤੇ ਉਹੋ ਜਿਹੇ ਭਗਵੇ ਬਸਤਰ ਧਾਰਨ ਕਰ ਲਏ, ਜੇ ਉਹ ਮੱਕੇ ਗਏ ਤੇ ਇਸਲਾਮ ਮੱਤ ਵਾਲੇ ਜਿਵੇਂ ਹਰੇ ਰੰਗ ਦੇ ਕੱਪੜੇ ਪਹਿਨਦੇ ਨੇ, ਹਾਜ਼ੀਆਂ ਕਾਜ਼ੀਆਂ ਵਾਲੇ, ਉਹੋ ਜਿਹੇ ਪਾ ਲਏ, ਜੇ ਚਾਰੇ ਉਦਾਸੀਆਂ ਲਗਾ ਕੇ ਕਰਤਾਰਪੁਰ ਡੇਰਾ ਕਰ ਲਿਆ ਤੇ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ, ਉੱਥੇ ਸੰਸਾਰੀਆਂ ਵਾਲੇ ਆਮ ਗ੍ਰਸਤੀਆਂ ਵਾਲੇ ਜਿਹੜੇ ਕੱਪੜੇ ਉਸ ਇਲਾਕੇ ਵਿੱਚ ਪਾਏ ਜਾਂਦੇ ਸਨ, ਉਹੋ ਜਿਹੇ ਪਹਿਰਨੇ ਸ਼ੁਰੂ ਕਰ ਦਿੱਤੇ। ਸੋ ਗੁਰੂ ਨਾਨਕ ਕਿਸੇ ਭੇਖ ਨੂੰ ਖਾਸ ਤਵੱਜੋ ਨਹੀਂ ਸਨ ਦਿੰਦੇ, ਧਿਆਨ ਨਹੀਂ ਸਨ ਦਿੰਦੇ। ਉਹਨਾਂ ਵਾਸਤੇ ਇਹ ਸਰੀਰ ਹੀ ਲਿਬਾਸ ਹੈ ਮਨੁੱਖ ਦਾ। ਸਿਰਫ ਇਸ ਦੀ ਸੇਵਾ ਸੰਭਾਲ ਵਾਸਤੇ ਇਸ ਦੇ ਉੱਤੇ ਅਸੀਂ ਕੱਪੜੇ ਦਾ ਪਰਦਾ ਕਰਦੇ ਹਾਂ, ਗਰਮੀ ਸਰਦੀ ਤੋਂ ਬਚਣ ਲਈ। ਬਸ ਇਹਦਾ ਇਹੋ ਹੀ ਪ੍ਰਯੋਜਨ ਹੈ, ਹੋਰ ਕੋਈ ਵੀ ਨਹੀਂ। ਲੇਕਿਨ ਅੱਜ ਦੀ ਦੁਨੀਆ ਵਿੱਚ ਹੀ ਨਹੀਂ, ਪੁਰਾਣੇ ਸਮੇਂ ਤੋਂ ਲੋਕ ਇਹਨਾਂ ਭੇਖਾਂ ਨੂੰ ਵੇਖ ਕੇ ਹੀ ਲੜਾਈਆਂ ਝਗੜੇ ਤੇ ਉਪੱਦਰ ਮਚਾ ਰਹੇ ਹਨ। ਇਹਨਾਂ ਤੋਂ ਸਾਨੂੰ ਆਜ਼ਾਦ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ। ਮੈਂ ਜਿਹੜਾ ਇਹ ਭੇਖ ਧਾਰਨ ਕੀਤਾ, ਜਿਸ ਨੂੰ ਤੁਸੀਂ ਆਖਦੇ ਹੋ ਕਿਸ ਕਾਰਨ ਇਹ ਭੇਖ ਨਿਵਾਸੀ, ਨਿਵਾਸੀ ਤੋਂ ਮਤਲਬ ਹੁੰਦਾ ਧਾਰਨ ਕਰਨਾ। ਇਹ ਜਿਹੜਾ ਭੇਖ ਮੈਂ ਧਾਰਨ ਕੀਤਾ ਹੈ, ਇਹ ਗੁਰਮੁਖਾਂ ਦੇ ਦਰਸ਼ਨਾਂ ਵਾਸਤੇ ਕੀਤਾ ਹੈ, ਹੋਰ ਕੋਈ ਪ੍ਰਯੋਜਨ ਨਹੀਂ। ਕਿਉਂਕਿ ਜੇ ਮੈਂ ਤੁਹਾਡੇ ਕੋਲ ਆਇਆ, ਜੇ ਤੁਹਾਡੇ ਵਰਗੇ ਬਸਤਰ ਨਾ ਪਹਿਰੇ ਹੁੰਦੇ, ਤੁਸੀਂ ਸ਼ਾਇਦ ਮੈਨੂੰ ਆਪਣੇ ਵਿੱਚ ਬੈਠਣ ਹੀ ਨਾ ਦਿੰਦੇ। ਜੇ ਮੈਂ ਹਿੰਦੂ ਧਰਮ ਮੰਦਰਾਂ ਵਿੱਚ ਇਸਲਾਮ ਵਾਲੇ ਬਸਤਰ ਪਾ ਕੇ ਚਲਾ ਜਾਂਦਾ ਤੇ ਸ਼ਾਇਦ ਮੈਨੂੰ ਉਹ ਮੰਦਰ ਵਿੱਚ ਵੜਨ ਹੀ ਨਾ ਦਿੰਦੇ। ਜੇ ਮੈਂ ਮੱਕੇ ਵਿੱਚ ਕਿਸੇ ਹਿੰਦੂ ਸਾਧੂ ਵਾਲੇ ਕੱਪੜੇ ਪਾ ਕੇ ਚਲੇ ਜਾਂਦਾ ਤੇ ਸ਼ਾਇਦ ਮੱਕੇ ਦੇ ਅੰਦਰ ਮੈਨੂੰ ਜਾਣ ਹੀ ਨਾ ਦਿੰਦੇ। ਸੋ ਇਹ ਬਚਨ ਹੈ ਕਿ ਮੈਂ ਤੇ ਤੁਹਾਡੇ ਦਰਸ਼ਨਾਂ ਵਾਸਤੇ, ਯਾਨੀ ਗੁਰਮੁਖਾਂ ਦੇ ਦਰਸ਼ਨਾਂ ਵਾਸਤੇ ਇਹ ਭੇਖ ਧਾਰਨ ਕੀਤਾ ਹੈ, ਤਾਂ ਕਿ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਏ। ਜਿੰਨਾ ਚਿਰ ਮੈਂ ਉਸ ਰੁਕਾਵਟ ਨੂੰ ਦੂਰ ਕਰਨ ਤੇ ਲਾਉਣਾ ਹੈ, ਆਪਣੀ એનર્ਜੀ ਉਹਦੇ ਤੇ ਲਗਾਣੀ ਹੈ, ਤੇ ਮੈਂ ਕਿਉਂ ਨਾ ਉਹੋ ਜਿਹੇ ਕੱਪੜੇ ਪਾ ਲਾਂ ਤੇ ਮੈਂ ਸਿੱਧਾ ਤੁਹਾਡੇ ਕੋਲ ਆ ਗਿਆ, ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ ਤੇ ਤੁਸੀਂ ਵੀ ਮੈਨੂੰ ਸਤਿਕਾਰ ਦਿੱਤਾ ਹੈ। ਇਸ ਕਰਕੇ ਮੈਂ ਇਹ ਭੇਖ ਧਾਰਨ ਕੀਤਾ ਹੈ। ਅਗਲਾ ਉਹਨਾਂ ਦਾ ਸਵਾਲ ਸੀ, ਕਿਸ ਵਖਰ ਕੇ ਤੁਮ ਵਣਜਾਰੇ। ਵਣਜਾਰੇ ਦਾ ਮਤਲਬ ਹੁੰਦਾ ਹੈ ਜੀ ਵਣਜ ਕਰਨ ਵਾਲਾ, ਵਪਾਰੀ। ਵੱਖਰ ਦਾ ਮਤਲਬ ਹੁੰਦਾ ਹੈ ਸੌਦਾ। ਤੁਸੀਂ ਕਿਹੋ ਜਿਹਾ ਸੌਦਾ ਖਰੀਦਣ ਵਾਲੇ ਵਪਾਰੀ ਹੋ। ਹੁਣ ਸਿੱਧਾਂ ਨੂੰ ਵੀ ਇਹ ਪਤਾ ਹੈ ਕਿ ਸਾਡੇ ਕੋਲ ਆਏ ਨੇ ਤੇ ਉਹ ਕਹਿ ਰਹੇ ਨੇ ਕਿ ਅਸੀਂ ਗੁਰਮੁਖਾਂ ਦੇ ਦਰਸ਼ਨਾਂ ਵਾਸਤੇ ਨਿਕਲੇ ਹਾਂ, ਗੁਰਮੁਖਾਂ ਦੀ ਖੋਜ ਤੇ ਭਾਲ ਵਾਸਤੇ ਨਿਕਲੇ ਹਾਂ। ਤੇ ਗੁਰੂ ਨਾਨਕ ਸਾਹਿਬ ਦਾ ਜੀ ਇੱਕ ਮੱਤ ਸੀ, ਗੁਰਮੁਖਾਂ ਦੀ ਭਾਲ ਕਿਉਂ ਕਰਦੇ ਸਨ। ਉਹ ਚਾਹ ਰਹੇ ਸਨ ਕਿ ਮੈਂ ਗੁਰਮੁਖਾਂ ਨੂੰ ਲੱਭ ਕੇ ਇੱਕ ਸੰਗਠਨ ਬਣਾਵਾਂ, ਤੇ ਉਹ ਜਿਹੜਾ ਸੰਗਠਨ ਬਣਾਵਾਂ ਉਹ ਲੋਕ ਭਲਾਈ ਦਾ ਕੰਮ ਕਰੇ, ਨਾ ਕਿ ਉਹ ਵੱਖਰੇ ਵੱਖਰੇ ਭੇਖ ਬਣਾ ਕੇ ਲੋਕਾਂ ਨੂੰ ਕੁਰਾਹੇ ਪਾਉਂਦਾ ਹੋਵੇ। ਔਰ ਗੁਰੂ ਨਾਨਕ ਸਾਹਿਬ ਨੇ ਉਹ ਕੀਤਾ। ਸਿੱਧ ਲੋਕਾਂ ਨੂੰ ਇਹ ਬਚਨ ਸਮਝਾਏ ਸੀ ਕਿ ਸਿੱਧ ਚੜ੍ਹ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਤੇ ਪਰਬਾਂ ਤੇ ਪਰਬਤਾਂ ਤੇ ਪਹਾੜਾਂ ਵਿੱਚ ਆ ਕੇ ਗੁਫਾਵਾਂ ਵਿੱਚ ਲੁਕ ਕੇ ਬਹਿ ਗਏ ਹੋ। ਤੁਸੀਂ ਚੰਗੇ ਆਦਮੀ ਜੇ ਸਮਾਜ ਨੂੰ ਛੱਡ ਕੇ ਨਿਕਲ ਜਾਣਗੇ ਤੇ ਸਮਾਜ ਦਾ ਕੀ ਬਣੇਗਾ। ਸਮਾਜ ਵਿੱਚ ਚੰਗੇ ਲੋਕਾਂ ਦੀ ਜ਼ਰੂਰਤ ਹੈ। ਅੱਜ ਵੀ ਸਮਾਜ ਦੀ ਇਹੋ ਹੀ ਲੋੜ ਏ। ਜੇ ਚੰਗੇ ਲੋਕ ਹੋਣ ਤੇ ਜੋ ਕੁਝ ਉੱਤੇ ਹੋ ਰਿਹਾ ਆਪਾਂ ਵੇਖ ਹੀ ਰਹੇ ਹਾਂ, ਦਿਨ ਰਾਤ ਤੁਸੀਂ ਖਬਰਾਂ ਸੁਣਦੇ ਹੋਵੋਗੇ ਰਸ਼ੀਆ ਤੇ ਯੂਕਰੇਨ ਦੀਆਂ। ਅੱਜ ਵੀ ਚੰਗੇ ਵਿਅਕਤੀਆਂ ਦੀ ਜ਼ਰੂਰਤ ਹੈ ਸਮਾਜ ਵਿੱਚ, ਉਦੋਂ ਵੀ ਸੀ ਤੇ ਅੱਗੇ ਨੂੰ ਵੀ ਰਹਿਣੀ ਹੈ।
ਗੁਰੂ ਨਾਨਕ ਸਾਹਿਬ ਇਹੋ ਹੀ ਗੱਲ ਉਹਨਾਂ ਨੂੰ ਸਮਝਾ ਰਹੇ ਸਨ ਕਿ ਜੇ ਚੰਗੇ ਬੰਦੇ ਸਮਾਜ ਨੂੰ ਛੱਡ ਕੇ ਪਹਾੜਾਂ ਵਿੱਚ ਚਲੇ ਗਏ ਤੇ ਸਮਾਜ ਦਾ ਕੀ ਬਣੇਗਾ। ਇਸ ਲਈ ਮੈਂ ਇਹ ਇੱਕ ਸੰਗਠਨ ਤਿਆਰ ਕਰਨਾ ਚਾਹੁੰਦਾ, ਇੱਕ ਮੈਂ ਜਥਾ ਬਣਾਉਣਾ ਚਾਹੁੰਦਾ, ਜਿਹੜਾ ਜਥਾ ਚੰਗੇ ਸਮਾਜ ਦੀ ਸਿਰਜਣਾ ਕਰੇ। ਇਸ ਲਈ ਮੈਂ ਗੁਰਮੁਖਾਂ ਨੂੰ ਲੱਭਣ ਵਾਸਤੇ ਨਿਕਲਿਆ ਹਾਂ ਕਿ ਉਹਨਾਂ ਨੂੰ ਲੱਭ ਕੇ ਇਕੱਠਾ ਕਰਾਂ ਤੇ ਉਹਨਾਂ ਨੂੰ ਆਖਾਂ ਕਿ ਆਓ ਆਪਾਂ ਸਾਰੇ ਮਿਲ ਕੇ ਸਮਾਜ ਸੁਧਾਰ ਦੇ ਵੱਲ ਧਿਆਨ ਦਈਏ। ਸਮਾਜ ਵਿੱਚ ਅੱਜ ਹੀ ਨਿਘਾਰ ਨਹੀਂ ਆਇਆ। ਇਹ ਜਦੋਂ ਤੋਂ ਮਨੁੱਖ ਪੈਦਾ ਹੋਇਆ, ਇਹਨੇ ਸੁਰਤ ਸੰਭਾਲੀ, ਉਦੋਂ ਤੋਂ ਹੀ ਇਹਦੇ ਅੰਦਰ ਦਵੈਸ਼, ਨਫ਼ਰਤ ਤੇ ਇਹ ਜਿਹੜੇ ਔਗਣ ਨੇ ਉਦੋਂ ਤੋਂ ਹੀ ਇਹਦੇ ਅੰਦਰ ਬੈਠੇ ਹੋਏ ਨੇ। ਸੋ ਇਹ ਸੀ ਮਤ ਗੁਰੂ ਨਾਨਕ ਸਾਹਿਬ ਦਾ। ਉਹਨਾਂ ਪੁੱਛਿਆ ਵੀ ਤੁਸੀਂ ਕਿਸ ਵੱਖਰ ਦੇ ਵਣਜਾਰੇ ਹੋ, ਕਿਹੜਾ ਸੌਦਾ ਖਰੀਦਣ ਆਏ ਹੋ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਸਾਚ ਵੱਖਰ ਕੇ ਹਮ ਵਣਜਾਰੇ, ਅਸੀਂ ਸੱਚ ਦੇ ਵਪਾਰੀ ਹਾਂ। ਗੁਰੂ ਸਾਹਿਬ ਨੇ ਬਾਣੀ ਵਿੱਚ ਆਪਾਂ ਸਾਰਿਆਂ ਨੂੰ ਇਹੋ ਹੀ ਗੱਲ ਸਮਝਾਈ ਏ, ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭੈ ਖੇਪ ਤੁਮਾਰੀ। ਭਾਈ ਗੁਰਮੁਖੋ, ਤੁਸੀਂ ਸਾਰੇ ਜਣੇ ਇਸ ਸੰਸਾਰ ਵਿੱਚ ਕੋਈ ਵਣਜ ਕਰਨ ਵਾਸਤੇ ਭੇਜੇ ਗਏ ਹੋ। ਅਸੀਂ ਕੇਵਲ ਇਹ ਮਾਇਆ ਇਕੱਠੀ ਕਰਨ ਲਈ ਇੱਥੇ ਨਹੀਂ ਸਾਂ ਆਏ। ਅਸੀਂ ਕੇਵਲ ਸੰਸਾਰਿਕ ਸੁੱਖਾਂ ਨੂੰ ਭੋਗਣ ਵਾਸਤੇ ਇੱਥੇ ਨਹੀਂ ਸਾਂ ਆਏ। ਅਸੀਂ ਕੇਵਲ ਆਪਣੇ ਚਾਰ ਜੀਆਂ ਨੂੰ ਚੰਗਾ ਮਾਹੌਲ ਦੇਣ ਵਾਸਤੇ ਨਹੀਂ ਸਾਂ ਆਏ। ਸਾਡੇ ਜੀਵਨ ਦਾ ਲਕਸ਼ ਕੁਛ ਇਸ ਤੋਂ ਵੀ ਉਚੇਰਾ ਸੀ। ਇਹ ਤੇ ਕਰਨਾ ਹੀ ਹੈ। ਇਸ ਤੋਂ ਵੀ ਉਚੇਰਾ ਹੈ ਸਾਡੇ ਜੀਵਨ ਦਾ ਲਕਸ਼, ਉਹ ਹੈ ਸੱਚ ਵਪਾਰ ਕਰੋ ਵਪਾਰੀ। ਸੱਚ ਨੂੰ ਵਿਹਾਜੋ ਆਪਣੇ ਜੀਵਨ ਵਿੱਚ, ਸੱਚ ਦਾ ਪੱਲਾ ਫੜੋ, ਸੱਚ ਨੂੰ ਕਮਾਓ ਤੇ ਸੱਚ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਹਦੇ ਵਿੱਚ ਲੀਨ ਹੋ ਜਾਓ। ਦਰਗਾ ਨਿਭੈ ਖੇਪ ਤੁਮਾਰੀ। ਖੇਪ ਦਾ ਮਤਲਬ ਜੋ ਤੁਸੀਂ ਇਕੱਠਾ ਕੀਤਾ ਸਾਜੋ ਸਮਾਨ, ਉਹ ਤੁਹਾਡੇ ਨਾਲ ਦਰਗਾਹ ਵਿੱਚ ਨਿਭ ਜਾਏਗਾ, ਭਾਵ ਤੁਹਾਡੇ ਨਾਲ ਜਾਏਗਾ। ਜੇ ਤੁਸੀਂ ਸੱਚ ਨਾ ਵਿਹਾਜਿਆ, ਕੱਚ ਵਿਹਾਜਦੇ ਰਹੇ ਤੇ ਕੱਚ ਕੇਵਲ ਇਸ ਦੁਨੀਆ ਦਾ ਸਾਜੋ ਸਮਾਨ ਹੈ, ਉਹ ਇਸ ਦੁਨੀਆ ਵਿੱਚ ਹੀ ਰਹਿ ਜਾਣਾ ਹੈ, ਤੁਹਾਡੇ ਨਾਲ ਨਹੀਂ ਜਾਣ ਲੱਗਾ। ਗੁਰੂ ਸਾਹਿਬ ਨੇ ਆਖਿਆ ਸੀ ਅਸੀਂ ਸੱਚ ਦੇ ਵਣਜਾਰੇ ਹਾਂ। ਸੱਚ ਨੂੰ ਵਿਹਾਜਣ ਵਾਸਤੇ ਘਰ-ਬਾਰ ਛੱਡ ਕੇ ਤੇ ਬਾਹਰ ਨਿਕਲੇ ਹਾਂ। ਉਹਨਾਂ ਦਾ ਚੌਥਾ ਸਵਾਲ ਸੀ ਕਿਉਂ ਕਰ ਸਾਥ ਲੰਘਾਵੋ ਭਾਰੇ। ਤੁਸੀਂ ਆਖਦੇ ਹੋ ਅਸੀਂ ਇੱਕ ਸੰਗਠਨ ਬਣਾਉਣਾ ਚਾਹੁੰਦੇ ਹਾਂ, ਇੱਕ ਅਸੀਂ ਜਥਾ ਬਣਾਉਣਾ ਚਾਹੁੰਦੇ ਹਾਂ ਜਿਹੜਾ ਸਮਾਜ ਸੇਵਾ ਕਰੇ, ਸਮਾਜ ਭਲਾਈ ਦੇ ਕੰਮ ਕਰੇ। ਉਹ ਤੁਹਾਡਾ ਇੱਕ ਸਾਥ ਬਣੇਗਾ ਤੇ ਉਸ ਸਾਥ ਨੂੰ ਭਵ ਸਾਗਰ ਤੋਂ ਪਾਰ ਕਿਵੇਂ ਕਰੋਗੇ। ਇਹ ਉਹਨਾਂ ਦਾ ਸਵਾਲ ਵੇਖੋ ਕਿੰਨਾ ਡੂੰਘਾ ਹੈ। ਸਾਰੇ ਸਵਾਲ ਡੂੰਘੇ ਨੇ। ਹੁਣ ਸਾਡੇ ਵਰਗਾ ਬੰਦਾ ਤੇ ਸਮਝ ਹੀ ਨਹੀਂ ਸਕਦਾ ਵੀ ਕਿਸ ਵੱਖਰ ਕੇ ਤੁਮ ਵਣਜਾਰੇ। ਅਸੀਂ ਤੇ ਇਹੀ ਆਖਾਂਗੇ ਅਸੀਂ ਪੈਸੇ ਇਕੱਠੇ ਕਰਨ ਲਈ ਜੌਬ ਪਏ ਕਰਦੇ ਹਾਂ। ਇਹੋ ਹੀ ਆਖਣਾ, ਹੋਰ ਅਸੀਂ ਕੀ ਆਖਣਾ। ਪਰ ਗੁਰੂ ਨਾਨਕ ਸਾਹਿਬ ਨੇ ਕਿਆ ਸੋਹਣਾ ਜਵਾਬ ਦਿੱਤਾ। ਫਿਰ ਇਹ ਜਵਾਬ ਸੁਣ ਕੇ ਉਹਨਾਂ ਨੇ ਆਖਿਆ ਜਿਹੜਾ ਸਾਥ ਹੋਏਗਾ ਤੁਹਾਡਾ, ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਿਵੇਂ ਕਰੋਗੇ, ਉਹਨਾਂ ਨੂੰ ਜਨਮ ਤੇ ਮਰਨ ਦੇ ਗੇੜ ਤੋਂ ਕਿਵੇਂ ਬਚਾਓਗੇ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾਨਕ ਗੁਰਮੁਖ ਉਤਰਸ ਪਾਰੇ। ਜਿਹੜੇ ਲੋਕ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਸਮਝ ਕੇ ਜੀਵਨ ਵਿੱਚ ਅਪਣਾ ਲੈਣਗੇ, ਉਹ ਭਵ ਸਾਗਰ ਤੋਂ ਪਾਰ ਲੰਘ ਜਾਣਗੇ। ਉੱਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਕਿ ਅਸੀਂ ਗੁਰਮੁਖ ਖੋਜਤ ਭਏ ਉਦਾਸੀ। ਗੁਰਮੁਖਾਂ ਦੀ ਭਾਲ ਵਿੱਚ ਅਸੀਂ ਘਰ-ਬਾਰ ਛੱਡ ਕੇ ਆਏ ਹਾਂ ਤੇ ਉਹਨਾਂ ਆਖਦੇ ਨੇ ਨਾਨਕ ਗੁਰਮੁਖ ਉਤਰਸ ਪਾਰੇ। ਜਿਹੜੇ ਵੀ ਲੋਕ ਆਪਣੀ ਜ਼ਿੰਦਗੀ ਵਿੱਚ ਗੁਰੂ ਵੱਲ ਮੁੱਖ ਕਰ ਲੈਣਗੇ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਣਗੇ, ਉਹ ਭਵ ਸਾਗਰ ਤੋਂ ਪਾਰ ਲੰਘ ਜਾਣਗੇ। ਸੋ ਇਹ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਨਾਲ ਸਵਾਲ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਦੀ ਤਸੱਲੀ ਹੋਈ। ਇਸੇ ਲਈ ਹੀ ਉਹਨਾਂ ਨੇ
ਭਾਈ ਗੁਰਦਾਸ ਜੀ ਨੇ ਲਿਖਿਆ, ਇਹ ਬਚਨ ਕਹਿ ਦਿੱਤੇ ਸੀ ਸਿੱਧਾਂ ਨੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਸਾਨੂੰ ਉਹਨਾਂ ਦੇ ਸ਼ੁਭ ਬਚਨ ਜਦੋਂ ਅਸੀਂ ਉੱਤੇ ਸਮਝਿਆ ਸੀ ਕਿ ਉਹ ਇੱਕੋ ਸੁਮੇਰ ਪਰਬਤ ਤੇ ਹੀ ਨਹੀਂ, ਸਗੋਂ 3-4 ਥਾਵਾਂ ਤੇ ਸਿੱਧ ਗੋਸ਼ਟ ਹੋਈ ਏ। ਸੁਮੇਰ ਪਰਬਤ ਤੇ ਗੋਰਖ ਮਤਾ ਸੀ, ਜਿਸ ਨੂੰ ਅੱਜ ਕੱਲ੍ਹ ਆਪਾਂ ਨਾਨਕ ਮਤਾ ਆਖਦੇ ਹਾਂ ਯੂਪੀ ਦੇ ਅੰਦਰ, ਉਹ ਪਹਿਲਾਂ ਗੋਰਖ ਮਤਾ ਹੁੰਦਾ ਸੀ। ਸੋ ਸੁਮੇਰ ਪਰਬਤ ਤੇ ਗੋਰਖ ਮਤੇ ਵਿੱਚ ਅਚਲ ਵਟਾਲੇ ਤੇ ਫਿਰ ਇੱਕ ਪਿਸ਼ਾਵਰ ਵਿੱਚ ਜਗ੍ਹਾ ਹੈ ਗੋਰਖ ਹਟੜੀ ਕਰਕੇ ਥਾਂ, ਉਹ ਗੁਰੂ ਗੋਰਖ ਦਾ ਸਥਾਨ ਹੈ ਉੱਥੇ। ਤੇ ਗੁਰੂ ਗੋਰਖ ਸਿੱਧਾਂ ਜੋਗੀਆਂ ਦੇ ਵੱਡੇ ਮਹਾਂਪੁਰਸ਼ ਹੋਏ ਨੇ। ਸੋ ਇਹ 4 ਥਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਗੋਸ਼ਟੀ ਸਿੱਧਾਂ ਨਾਲ ਕੀਤੀ ਹੋਈ ਮਿਲਦੀ ਏ। ਅਚਲ ਵਟਾਲੇ ਆਖਰੀ ਦੱਸਦੇ ਨੇ, ਜਦੋਂ ਇੱਥੇ ਸਿੱਧ ਨਿਰ ਉੱਤਰ ਹੋ ਗਏ ਗੁਰੂ ਮਹਾਰਾਜ ਦੇ ਜਵਾਬਾਂ ਤੋਂ, ਤੇ ਉਹਨਾਂ ਨੇ ਫਿਰ ਇਹ ਸ਼ੁਭ ਬਚਨ ਬੋਲੇ ਸਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਉਹਨਾਂ ਨੇ ਬਚਨ ਆਖੇ ਸੀ ਸਿੱਧਾਂ ਨੇ ਕਿ ਤੇਰੇ ਜਿਹਾ ਮਨੁੱਖ ਅਸੀਂ ਪਹਿਲਾਂ ਸੰਸਾਰ ਵਿੱਚ ਨਹੀਂ ਵੇਖਿਆ। ਅਸੀਂ ਇੰਨੀ ਲੰਮੀ ਉਮਰ ਹੰਢਾਈ ਏ ਤੇ ਬੜੇ ਇਸ ਪੂਰੀ ਧਰਤੀ ਦਾ ਜਿੱਥੋਂ ਤੱਕ ਹੋ ਸਕਿਆ ਅਸੀਂ ਭਰਮਣ ਕੀਤਾ ਹੈ। ਅਸੀਂ ਧਰਮ ਸਥਾਨਾਂ ਤੇ ਗਏ ਹਾਂ, ਅਸੀਂ ਤੀਰਥ ਯਾਤਰਾਵਾਂ ਕੀਤੀਆਂ ਨੇ, ਪਰ ਵੇਖਿਆ ਕਿ ਲੋਕ ਭਟਕਣਾ ਵਿੱਚ ਹੀ ਪਏ ਹੋਏ ਨੇ। ਤੁਹਾਡੇ ਜਿਹਾ ਕੋਈ ਗੁਰਮੁਖ ਸਾਨੂੰ ਨਹੀਂ ਦੱਸਿਆ ਜਿਹੜਾ ਮਨੁੱਖਤਾ ਨੂੰ ਭਟਕਣਾ ਵਿੱਚੋਂ, ਭਰਮਾਂ ਵਿੱਚੋਂ, ਵਹਿਮਾਂ ਵਿੱਚੋਂ ਤੇ ਕਰਮ ਕਾਂਡਾਂ ਵਿੱਚੋਂ ਕੱਢਦਾ ਹੋਵੇ ਤੇ ਇੱਕ ਸੱਚ ਦਾ ਸੌਦਾ ਖਰੀਦਣ ਲਈ ਪ੍ਰੇਰਨਾ ਕਰਦਾ ਹੋਵੇ। ਇਸ ਲਈ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇਰੇ ਜਿਹੀ ਕਮਾਈ ਹੋਰ ਕਿਸੇ ਦੀ ਨਹੀਂ ਹੋ ਸਕਦੀ। ਸੋ ਉਹਨਾਂ ਦੀ ਕਮਾਈ ਦਾ ਸਾਨੂੰ ਧਿਆਨ ਧਰ ਕੇ ਹਮੇਸ਼ਾ ਵਾਹਿਗੁਰੂ ਬੋਲਦੇ ਰਹਿਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਉਹ ਰਸਤਾ ਵਿਖਾਇਆ ਮਾਨਵਤਾ ਨੂੰ, ਜਿਸ ਰਸਤੇ ਤੇ ਤੁਸੀਂ ਬਹੁਤੀਆਂ ਮੁਸ਼ਕਲਾਤਾਂ ਦਾ ਸਾਹਮਣਾ ਕਰਨ ਤੋਂ ਬਿਨਾਂ ਹੀ ਵਾਹਿਗੁਰੂ ਜੀ ਵਿੱਚ ਅਭੇਦ ਹੋ ਸਕਦੇ ਹੋ। ਤੁਹਾਨੂੰ ਕੋਈ ਲੋੜ ਨਹੀਂ ਘਰ-ਬਾਰ ਛੱਡਣ ਦੀ, ਤੁਹਾਨੂੰ ਕੋਈ ਲੋੜ ਨਹੀਂ ਭੇਖ ਧਾਰਨ ਕਰਨ ਦੀ, ਤੁਹਾਨੂੰ ਕੋਈ ਲੋੜ ਨਹੀਂ ਜੰਗਲਾਂ ਤੇ ਬੀਆਂ ਬਾਨਾਂ ਵਿੱਚ ਸੰਨਿਆਸੀ ਬਣ ਕੇ ਫਿਰਨ ਦੀ। ਇਸੇ ਗੱਲ ਨੂੰ ਬਾਬਾ ਫਰੀਦ ਜੀ ਨੇ ਆਖਿਆ ਸੀ ਕਿ ਉਹ ਰੱਬ ਤੇ ਤੁਹਾਡੇ ਅੰਦਰ ਵੱਸਦਾ ਹੈ, ਜੰਗਲਾਂ ਬੀਆਂ ਬਾਨਾਂ ਵਿੱਚ ਕਿਉਂ ਪੈਰਾਂ ਵਿੱਚ ਕੰਡੇ ਮਰਵਾਉਂਦੇ ਫਿਰਦੇ ਹੋ, ਲੋੜ ਨਹੀਂ ਉਹਦੀ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਨ ਕੰਡਾ ਮੋੜੇ, ਵਸੀ ਰੱਬ ਹੀ ਆਲੀਏ, ਜੰਗਲ ਕਿਆ ਢੂੰਡੇ। ਜੰਗਲਾਂ ਵਿੱਚ ਕੀ ਲੱਭਦਾ ਫਿਰਦਾ ਹੈ। ਸੋ ਗੱਲ ਸੀ ਜੀ, ਅਸੀਂ ਸ਼ੁੱਕਰਵਾਰ ਗੱਲ ਕਰਦੇ ਸਾਂ ਨੀਅਤ ਨੂੰ ਰਾਸ ਕਰਨਾ, ਮਨ ਨੂੰ ਸਹੀ ਟਿਕਾਣੇ ਤੇ ਲਿਆਉਣਾ। ਹੋਰ ਕੁਝ ਵੀ ਕਰਨ ਦੀ ਲੋੜ ਨਹੀਂ, ਕੋਈ ਮੰਤਰ ਪੜ੍ਹਨ ਦੀ ਲੋੜ ਨਹੀਂ, ਕੋਈ ਪਾਠ ਪੜ੍ਹਨ ਦੀ ਲੋੜ ਨਹੀਂ। ਜੇ ਪਾਠ ਪੜ੍ਹੋ ਤੇ ਕੁਝ ਸਿੱਖਣ ਵਾਸਤੇ ਪੜ੍ਹੋ, ਇਹਨੂੰ ਮੰਤਰਾਂ ਦੀ ਤਰ੍ਹਾਂ ਨਾ ਪੜ੍ਹੋ, ਸਿੱਖਣ ਲਈ। ਵੇਖੋ, 4 ਬਚਨ ਨੇ ਸਿੱਧਾਂ ਦੇ ਤੇ ਉਹਨਾਂ ਦੇ 4 ਹੀ ਜਵਾਬ ਨੇ। ਤੁਸੀਂ ਕਿੰਨੀ ਵਾਰੀ ਇਹ ਬਾਣੀ ਪੜ੍ਹੀ ਹੋਏਗੀ, ਕੀ ਇਸ ਤਰ੍ਹਾਂ ਕਦੀ ਵੇਖਿਆ ਤੁਸੀਂ ਇਹਨੂੰ? ਇਸ ਲਈ ਮੈਂ ਬਾਰ-ਬਾਰ ਕਹਿੰਦਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਕੱਲਾ ਕੱਲਾ ਅੱਖਰ ਸਮਝਣ ਦੀ ਜ਼ਰੂਰਤ ਹੈ ਅੱਜ ਸਾਨੂੰ। ਜੇ ਅਸੀਂ ਸਮਝ ਨਾ ਪਾਏ ਤੇ ਇਹਨਾਂ ਮੰਤਰਾਂ ਤੋਂ ਤੇ ਗੁਰੂ ਨਾਨਕ ਸਾਹਿਬ ਨੇ ਸਾਡੀ ਜਿੰਦ ਛਡਾਈ ਸੀ। ਉੱਥੇ ਤੇ ਕਹਿ ਰਹੇ ਸੀ 108 ਮੰਤਰ ਪੜ੍ਹੋ, 1008 ਪੜ੍ਹੋ, ਇੰਨੇ ਸੌ ਇੰਨੇ ਪੜ੍ਹੋ। ਪੜ੍ਹੋ ਭਾਈ, ਜ਼ਰੂਰ ਪੜ੍ਹੋ, ਪਰ ਨਾਲ ਉਹਨਾਂ ਨੂੰ ਵਿਚਾਰੋ। ਜੋ ਉਹਨਾਂ ਮੰਤਰਾਂ ਵਿੱਚ ਆਖਿਆ ਗਿਆ ਹੈ ਉਹਨਾਂ ਨੂੰ ਜੀਵਨ ਵਿੱਚ ਅਪਣਾਓ। ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਰਸਤਾ ਵਿਖਾਇਆ ਸੀ ਕਿ ਤੁਸੀਂ ਬੜੇ ਆਰਾਮ ਦੇ ਨਾਲ
ਆਪਣੇ ਪਰਿਵਾਰ ਵਿੱਚ ਬੱਚਿਆਂ ਵਿੱਚ ਰਹਿੰਦੇ ਹੋਏ ਤੁਸੀਂ ਆਪਣੇ ਜੀਵਨ ਮਕਸਦ ਨੂੰ ਪੂਰਿਆਂ ਕਰ ਸਕਦੇ ਹੋ। ਤੁਹਾਨੂੰ ਵਾਨਪ੍ਰਸਤ ਹੋਣ ਦੀ ਲੋੜ ਨਹੀਂ, ਤੁਹਾਨੂੰ ਸੰਨਿਆਸ ਧਾਰਨ ਦੀ ਲੋੜ ਨਹੀਂ, ਕਿਸੇ ਪ੍ਰਕਾਰ ਦਾ ਭੇਖ ਧਾਰਨ ਦੀ ਵੀ ਲੋੜ ਨਹੀਂ। ਸੋ ਆਓ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਦਰਸਾਏ ਹੋਏ ਮਾਰਗ ਦੇ ਉੱਤੇ, ਜਿਹਨੂੰ ਅਸੀਂ ਕਹਿੰਦੇ ਹੁੰਦੇ ਆ ਨਾ ਆਪਣੀ ਪੰਜਾਬੀ ਭਾਸ਼ਾ ਵਿੱਚ ਵੀ ਲੱਕ ਬੰਨ੍ਹ ਕੇ ਪਿੱਛੇ ਪੈ ਜਾਣਾ, ਬਸ ਲੱਕ ਬੰਨ੍ਹ ਕੇ ਇਹਦੇ ਪਿੱਛੇ ਚੱਲ ਪਈਏ, ਇਸ ਰਸਤੇ ਤੇ ਤੁਰ ਪਈਏ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਸਾਨੂੰ ਨਿਰਾਕਾਰ ਤੱਕ ਉਹ ਨਾ ਪੁੱਜਣ ਦੇਵੇ, ਅਸੀਂ ਜ਼ਰੂਰ ਪਹੁੰਚਾਂਗੇ। ਸੋ ਇੱਥੋਂ ਤੱਕ ਜੀ ਆਪਾਂ ਸਿੱਧ ਗੋਸ਼ਟ ਦਾ ਜਿਹੜਾ ਸੀ ਟਾਈਟਲ, ਉਹਦਾ ਸਿਰਲੇਖ, ਉਸ ਨੂੰ ਆਪਾਂ ਸਮਝਿਆ ਕਿ ਸਿੱਧ ਗੋਸ਼ਟ ਅਸਲ ਵਿੱਚ ਹੈ ਕੀ। ਸਿੱਧ ਗੋਸ਼ਟ ਸਾਨੂੰ ਕਿਸ ਪਾਸੇ ਨੂੰ ਮੋੜਦੀ ਏ, ਸਿੱਧ ਗੋਸ਼ਟ ਸਾਨੂੰ ਕੀ ਪ੍ਰੇਰਨਾ ਕਰਦੀ ਏ। ਸੋ ਅੱਜ ਅਗਲੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ, ਜਿੱਥੋਂ ਤੱਕ ਕਰ ਪਾਏ ਕਰਾਂਗੇ, ਫਿਰ ਆਪਾਂ ਅਗਲੀ ਕਥਾ ਵਿੱਚ ਐਤਵਾਰ ਅਗਲੇ ਨੂੰ ਇੱਥੋਂ ਜਾਰੀ ਰੱਖਾਂਗੇ। ਅਗਲਾ ਜਿਹੜਾ ਸਿਰਲੇਖ ਹੈ ਇਸੇ ਹੀ ਰਾਮਕਲੀ ਰਾਗ ਦੇ ਅੰਦਰ ਏ। ਭਾਵੇਂ ਆਪਾਂ ਵਾਰਾਂ ਦੇ ਸੰਬੰਧ ਵਿੱਚ ਸ਼ੁਰੂ ਵਿੱਚ ਸਮਝ ਲਿਆ ਸੀ, ਜਿੱਥੋਂ ਆਪਾਂ ਸ੍ਰੀ ਰਾਗ ਕੀ ਵਾਰ ਸਮਝੀ ਸੀ। ਵਾਰਾਂ ਕੀ ਨੇ, ਇਹਨਾਂ ਵਿੱਚ ਜਿਹੜੀਆਂ ਪੌੜੀਆਂ ਨੇ ਉਹ ਕੀ ਨੇ, ਇਹਨਾਂ ਦੇ ਜਿਹੜੇ ਸ਼ਲੋਕ ਨੇ ਉਹ ਕੀ ਨੇ, ਆਪਾਂ ਚੰਗੀ ਤਰ੍ਹਾਂ ਸਮਝ ਲਿਆ ਸੀ। ਇਸ ਲਈ ਹੁਣ ਮੈਂ ਵਾਰ ਤੇ ਨਹੀਂ ਗੱਲ ਕਰਨਾ ਚਾਹੁੰਦਾ, ਮੈਂ ਸਿਰਫ ਉਹਦੀ ਧੁਨੀ ਉੱਤੇ, ਆਪਾਂ ਧੁਨੀ ਵੀ ਸਮਝਿਆ ਸੀ, ਲੇਕਿਨ ਜਿਹੜੀ ਇਹ ਧੁਨੀ ਹੈ ਰਾਮਕਲੀ ਕੀ ਵਾਰ ਮਹਿਲਾ ਤੀਜਾ, ਇਹ ਤੀਜੇ ਪਾਤਸ਼ਾਹ ਦੀ ਲਿਖੀ ਹੋਈ ਬਾਣੀ ਹੈ। ਇਹਦੇ ਵਿੱਚ 21 ਪੌੜੀਆਂ ਨੇ, ਇਹ 947 ਪੰਨਾ ਨੰਬਰ ਤੋਂ ਸ਼ੁਰੂ ਹੁੰਦੀ ਏ। ਇਹਦੇ ਵਿੱਚ ਸ਼ਲੋਕ ਵੀ ਨੇ ਗੁਰੂ ਸਾਹਿਬਾਨ ਦੇ ਉਚਾਰੇ ਹੋਏ ਤੇ ਭਗਤ ਕਬੀਰ ਸਾਹਿਬ ਦੇ ਉਚਾਰੇ ਹੋਏ ਵੀ। ਸੋ ਆਪਾਂ ਇਹ ਵੀ ਗੱਲ ਸਮਝ ਲਈ ਸੀ ਕਿ ਇਹਨਾਂ ਵਾਰਾਂ ਦੀਆਂ ਜਿਹੜੀਆਂ ਮੂਲ ਰੂਪ ਵਿੱਚ ਕੇਵਲ ਪੌੜੀਆਂ ਹੁੰਦੀਆਂ ਨੇ, ਉਹਨਾਂ ਵਿੱਚ ਜਿਹੜੇ ਸ਼ਲੋਕ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਏ ਸਨ, ਜਿਹੜੇ ਉਹਨਾਂ ਪੌੜੀਆਂ ਨੂੰ ਹੋਰ ਉਹਨਾਂ ਦੇ ਵਿਚਾਰ ਨੂੰ ਖੋਲ੍ਹਦੇ ਸਨ, ਪੌੜੀਆਂ ਵਿਚਲੀਆਂ ਘੁੰਡੀਆਂ ਨੂੰ ਸਾਡੇ ਸਾਹਮਣੇ ਉਜਾਗਰ ਕਰਦੇ ਸਨ। ਉਹ ਸ਼ਲੋਕ ਗੁਰੂ ਸਾਹਿਬ ਨੇ ਵਿੱਚ ਪੌੜੀਆਂ ਦੇ ਨਾਲ ਲਿਖਵਾਏ ਸਨ। ਇਸੇ ਲਈ ਜਿੱਥੇ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਲੋੜ ਪਈ ਪੌੜੀ ਦੇ ਭਾਵ ਨੂੰ ਹੋਰ ਖੋਲ੍ਹਣ ਵਾਸਤੇ, ਉੱਥੇ ਉਹਨਾਂ ਕਬੀਰ ਸਾਹਿਬ ਦੇ ਸ਼ਲੋਕ ਵੀ ਲਿਖਵਾਏ। ਧੁਨੀਆਂ ਇਹਨਾਂ ਜਿਹੜੇ ਯੋਧੇ ਹੋਏ ਨੇ ਪੰਜਾਬ ਦੇ ਉਸ ਖਿੱਤੇ ਵਿੱਚ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਜਿਨ੍ਹਾਂ ਯੋਧਿਆਂ ਦੀਆਂ ਵਾਰਾਂ ਢਾਡੀ ਗਾਉਂਦੇ ਸਨ ਤੇ ਜਿਹੜੀਆਂ ਧੁਨੀਆਂ ਉੱਤੇ ਉਹ ਗਾਉਂਦੇ ਸਨ, ਗੁਰੂ ਸਾਹਿਬ ਨੇ ਉਹਨਾਂ ਧੁਨੀਆਂ ਉੱਤੇ ਹੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਜਿਹੜੀਆਂ 22 ਵਾਰਾਂ ਨੇ, ਸਾਰੀਆਂ ਨਹੀਂ, ਉਹਨਾਂ ਵਿੱਚੋਂ ਕੁਝ ਵਾਰਾਂ ਨੂੰ ਉਹਨਾਂ ਧੁਨੀਆਂ ਉੱਤੇ ਗਾਉਣ ਦਾ ਜ਼ਿਕਰ ਕੀਤਾ ਸੀ। ਇਹ ਜਿਹੜੀ ਵਾਰ ਹੈ ਤੀਜੇ ਪਾਤਸ਼ਾਹ ਜੀ ਦੀ, ਇਹਦੇ ਵਿੱਚ ਉਹਨਾਂ ਨੇ ਆਖਿਆ ਜੋਧ ਹੈ ਵੀਰ ਹੈ ਪੂਰ ਬਾਣੀ ਕੀ ਧੁਨੀ। ਇਸ ਵਾਰ ਨੂੰ ਜੋਧ ਹੈ ਅਤੇ ਵੀਰ ਹੈ ਦੀ ਧੁਨੀ ਉੱਤੇ ਗਾਇਨ ਕਰਨਾ ਹੈ। ਇਹ ਜੀ ਗਾਇਨ ਮੈਂ ਤੇ ਨਹੀਂ ਕਰਨਾ, ਇਹ ਤੇ ਰਾਗੀਆਂ ਸਿੰਘਾਂ ਨੇ ਕਰਨਾ ਹੈ। ਤੇ ਪਤਾ ਨਹੀਂ ਹੁਣ ਉਹ ਕਿੱਥੋਂ ਤੱਕ ਕਰਦੇ ਨੇ ਕਿ ਨਹੀਂ ਕਰਦੇ, ਤੁਸੀਂ ਜਾਣੋ ਜਾਂ ਰਾਗੀ ਸਿੰਘ ਜਾਣਨ। ਆਪਾਂ ਇੱਕ ਹੋਰ ਵੀ ਗੱਲ ਕਰ ਸਕਦੇ ਹਾਂ ਕਿ ਆਸਾ ਕੀ ਵਾਰ ਜਿਹੜੀ ਏ ਉਹ ਨਿਤਾ ਪ੍ਰਤੀ ਗੁਰਦੁਆਰਿਆਂ ਦੇ ਅੰਦਰ ਗਾਵੀ ਜਾਂਦੀ ਏ। ਬਾਕੀ 21 ਵਾਰਾਂ ਕਿਉਂ ਨਹੀਂ ਗਾਈਆਂ ਜਾਂਦੀਆਂ? ਤੁਸੀਂ ਕਦੀ ਸੋਚਿਆ ਇਹਦੇ ਉੱਤੇ ਵੀ ਬਾਕੀ 21 ਵਾਰਾਂ ਕਿਉਂ ਛੱਡ ਦਿੱਤੀਆਂ ਰਾਗੀ ਸਿੰਘਾਂ ਨੇ? ਇਹ ਇੱਕ ਵਾਰ ਨੂੰ ਹੀ ਕਿਉਂ ਫੜ ਕੇ ਬੈਠ ਗਏ? ਕਿਉਂ ਨਹੀਂ ਗਾਉਂਦੇ ਬਾਕੀ ਦੀਆਂ 21 ਵਾਰਾਂ ਗੁਰਦੁਆਰਿਆਂ ਦੇ ਅੰਦਰ? ਇਹ ਮੇਰਾ ਜੀ ਸਵਾਲ ਹੈ। ਇਹਦੇ ਉੱਤੇ ਤੁਸੀਂ ਕੰਮ ਕਰਨਾ ਤੇ ਵੇਖਣਾ ਭਲਾ ਕਿਉਂ ਨਹੀਂ ਗਾਈਆਂ ਜਾਂਦੀਆਂ। ਫਿਰ
ਆਸਾ ਕੀ ਵਾਰ ਦੇ ਉੱਤੇ ਲਿਖਿਆ ਹੈ ਕਿ ਟੁੰਡੇ ਅਸਰਾਜੇ ਕੀ ਧੁਨੀ ਗਾਵਨੀ। ਜਿਸ ਧੁਨੀ ਉੱਤੇ ਟੁੰਡੇ ਅਸਰਾਜੇ ਕੀ ਵਾਰ ਗਾਵੀ ਜਾਂਦੀ ਸੀ, ਉਸ ਧੁਨੀ ਉੱਤੇ ਆਸਾ ਕੀ ਵਾਰ ਨੂੰ ਗਾਉਣਾ ਹੈ। ਹੁਣ ਕੌਣ ਗਾਉਂਦਾ ਹੈ ਜੀ? ਮੈਂ ਨਹੀਂ ਕੁਝ ਵੀ ਆਖਣਾ ਚਾਹੁੰਦਾ, ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਇਹ ਮੇਰਾ ਕੰਮ ਨਹੀਂ, ਮੇਰਾ ਕੰਮ ਸਿਰਫ ਦੱਸਣਾ ਹੀ ਹੈ। ਗਾਉਣ ਵਾਲੇ ਹੋਰ ਨੇ, ਸੁਣਨ ਵਾਲੇ ਹੋਰ ਨੇ, ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਸੀ ਇਸ ਪਾਸੇ ਜ਼ਰੂਰ ਧਿਆਨ ਦਈਏ। ਜੇ ਤੁਸੀਂ ਪ੍ਰੋਫੈਸਰ ਸੁਰਿੰਦਰ ਸਿੰਘ ਹੋਰਾਂ ਨੂੰ ਸੁਣੋ, ਇੰਗਲੈਂਡ ਵਾਲਿਆਂ ਨੂੰ, ਉਹਨਾਂ ਨੇ ਆਸਾ ਕੀ ਵਾਰ ਟੁੰਡੇ ਅਸਰਾਜੇ ਕੀ ਧੁਨੀ ਉੱਤੇ ਗਾਵੀ ਹੋਈ ਹੈ। ਉਸ ਨੂੰ ਤੁਸੀਂ ਜ਼ਰੂਰ ਸੁਣ ਲੈਣਾ ਤੇ ਵੇਖੋਗੇ ਕਿੰਨਾ ਆਨੰਦ ਆਉਂਦਾ ਹੈ ਵਾਰ ਨੂੰ ਸੁਣਨ ਵਿੱਚ। ਉਹਨਾਂ ਨੇ ਕੇਵਲ ਉਹੋ ਹੀ ਗਾਵੀ ਹੈ ਜੋ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਉਹਨਾਂ ਨੇ ਨਾ ਇਹਦੇ ਵਿੱਚ ਕੋਈ ਸ਼ਬਦ ਬਾਹਰੋਂ ਪਾਇਆ, ਨਾ ਅੰਦਰੋਂ ਪਾਇਆ। ਜੋ ਲਿਖਿਆ ਹੂ ਬਹੂ ਉਹਨਾਂ ਨੇ ਉਹੀ ਗਾਵਿਆ। ਇਹ ਕਿੱਥੋਂ ਟ੍ਰੈਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ। ਇਸੇ ਕਰਕੇ ਮੈਂ ਕਹਿੰਦਾ ਹੁੰਦਾ, ਜਿਹੜੀਆਂ ਤੁਸੀਂ ਪਰੰਪਰਾਵਾਂ ਕਹਿ ਰਹੇ ਹੋ, ਇਹ ਸਾਨੂੰ ਕਿਸੇ ਹੋਰ ਪਾਸੇ ਲਿਜਾ ਰਹੀਆਂ ਨੇ, ਸਾਨੂੰ ਗੁਰਬਾਣੀ ਦੀ ਅਸਲੀਅਤ ਨਾਲੋਂ ਦੂਰ ਕਰ ਰਹੀਆਂ ਨੇ। ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਨਹੀਂ ਸੀ ਕਿ ਇਸ ਆਸਾ ਕੀ ਵਾਰ ਦੇ ਵਿੱਚ ਚੌਥੇ ਪਾਤਸ਼ਾਹ ਦੇ ਛੰਤ ਵੀ ਪੜ੍ਹਨੇ ਨੇ? ਉਹਨਾਂ ਨੇ ਉਹ ਵੱਖਰੇ ਕਿਉਂ ਲਿਖੇ, ਇਹਦੇ ਵਿੱਚ ਕਿਉਂ ਨਾ ਲਿਖੇ? ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਨਹੀਂ ਸੀ ਕਿ ਇਸ ਆਸਾ ਕੀ ਵਾਰ ਦੇ ਵਿੱਚ ਹੋਰ ਵੀ ਸ਼ਬਦ ਰਲਾ ਕੇ ਪੜ੍ਹਨੇ ਚਾਹੀਦੇ ਨੇ? ਉਹਨਾਂ ਨੇ ਉਹ ਸ਼ਬਦ ਕਿਉਂ ਨਾ ਵਿੱਚ ਲਿਖੇ? ਉਹਨਾਂ ਨੇ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ 24 ਪੌੜੀਆਂ ਤੇ ਉਹਦੇ ਨਾਲ, ਜਿਵੇਂ ਮੈਂ ਉੱਤੇ ਦੱਸਿਆ ਕਿ ਉਹਨਾਂ ਨੇ ਉਹਨਾਂ ਪੌੜੀਆਂ ਦੇ ਭਾਵਾਂ ਨੂੰ ਉਜਾਗਰ ਕਰਨ ਵਾਸਤੇ ਸ਼ਲੋਕ ਲਿਖੇ ਨੇ, ਸਿਰਫ ਉਹ ਹੀ ਗਾਉਣੇ ਚਾਹੀਦੇ ਨੇ। ਆਪਣੇ ਕੋਲੋਂ ਕੋਈ ਵੀ ਸ਼ਬਦ ਵਿੱਚ ਨਹੀਂ ਪੜ੍ਹਨਾ ਚਾਹੀਦਾ। ਪਹਿਲਾਂ ਪੜ੍ਹ ਲਵੋ ਜਾਂ ਬਾਅਦ ਵਿੱਚ ਪੜ੍ਹ ਲਵੋ। ਆਸਾ ਕੀ ਵਾਰ ਦੇ ਵਿਚਕਾਰ ਨਹੀਂ ਕੁਝ ਕਰਨਾ ਚਾਹੀਦਾ। ਹੁਣ ਜੇ ਤੁਸੀਂ ਆਖੋਗੇ ਪਰੰਪਰਾਵਾਂ ਦੀ ਗੱਲ ਏ, ਤੇ ਅੱਜ ਨਾ ਸੰਪਟ ਪਾਠਾਂ ਦੀ ਲੜੀ ਤੇ ਝੜੀ ਲੱਗੀ ਹੋਈ ਏ। ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਹੀਂ ਸੀ ਪਤਾ ਕਿ ਇਹਨਾਂ ਸ਼ਬਦਾਂ ਦੇ ਵਿੱਚ ਸੰਪਟ ਵੀ ਲਗਾਉਣੇ ਚਾਹੀਦੇ ਨੇ। ਸੰਪਟ ਲਗਾਉਣ ਨਾਲ ਇਹਨਾਂ ਸ਼ਬਦਾਂ ਦਾ ਮਹੱਤਵ ਜਾਂ ਫਲ ਹੋਰ ਵੱਧ ਜਾਏਗਾ। ਉਹਨਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ। ਤੁਸੀਂ ਕੀ ਇਹ ਸਮਝਦੇ ਹੋ? ਇਹ ਜੀ ਸਾਨੂੰ ਗੁਰਬਾਣੀ ਤੋਂ ਦੂਰ ਕੀਤਾ ਜਾ ਰਿਹਾ ਹੈ ਤੇ ਆਪਣੇ ਚੁੰਗਲ ਵਿੱਚ ਫਸਾਇਆ ਜਾ ਰਿਹਾ ਹੈ। ਮੈਂ ਸੱਚੀ ਤੁਹਾਨੂੰ ਕਈ ਵਾਰੀ ਬੁਰਾ ਲੱਗਦਾ ਹੋਵਾਂਗਾ, ਮਾੜਾ ਲੱਗਦਾ ਹੋਵਾਂਗਾ, ਪਰ ਸੱਚਾਈ ਇਹ ਹੋਈ ਜੇ। ਕਿਉਂ ਨਹੀਂ ਅਸੀਂ ਉਸ ਚੀਜ਼ ਨੂੰ ਫਾਲੋ ਕਰਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੀ ਹੋਈ ਏ? ਅਸੀਂ ਆਪਣੇ ਕੋਲੋਂ ਨਵੀਆਂ ਪਰੰਪਰਾਵਾਂ ਕਿਉਂ ਪਾਉਣਾ ਚਾਹੁੰਦੇ ਹਾਂ? ਨਵੀਆਂ ਪਿਰਤਾਂ ਕਿਉਂ ਤੋੜਨੀਆਂ ਚਾਹੁੰਦੇ ਹਾਂ? ਇਹ ਪੁਰਾਣੀਆਂ ਹੋ ਗਈਆਂ ਕਿਤੇ। ਕੱਲ ਪਰਸੋਂ ਜੀ ਇੱਕ ਮੈਨੂੰ ਫੋਨ ਆਇਆ ਕਿਸੇ ਸੱਜਣ ਦਾ, ਉਹ ਕਿਸੇ ਹੋਰ ਮਹਾਰਾਜ ਜੀ ਨੂੰ ਮੰਨਦੇ ਨੇ, ਬੜੀ ਖੁਸ਼ੀ ਨਾਲ ਮੰਨਣ, ਮੈਨੂੰ ਕੀ ਦਿੱਕਤ ਏ? ਸਾਰੀ ਦੁਨੀਆ ਹੀ ਤੇ ਮੰਨਦੀ ਏ ਪਈ, ਮੰਨੀ ਜਾਣ। ਉਹ ਜਿਸ ਕਿਸੇ ਮਹਾਰਾਜ ਜੀ ਨੂੰ ਮੰਨਦੇ ਨੇ, ਉਹਨਾਂ ਨੇ ਕੋਈ ਬਾਣੀ ਲਿਖੀ ਏ ਤੇ ਮੈਨੂੰ ਉਸ ਬਾਣੀ ਦੇ ਹਵਾਲੇ ਦੇ ਕੇ ਉਹਨਾਂ ਨੇ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ ਸਮਝਣਾ ਚਾਹੁੰਦਾ, ਇਸ ਤਰ੍ਹਾਂ ਨਹੀਂ ਕਿ ਮੈਂ ਸਮਝਣਾ ਨਹੀਂ ਚਾਹੁੰਦਾ। ਦੁਨੀਆ ਦਾ ਕੋਈ ਵਿਅਕਤੀ ਕਿਸੇ ਗ੍ਰੰਥ, ਕਿਸੇ ਪੰਥ ਦੀ ਗੱਲ ਕਰਕੇ ਮੈਨੂੰ ਕੋਈ ਸਿੱਧਾ ਰਸਤਾ ਵਿਖਾਏ ਤੇ ਮੈਂ ਉਹਦਾ ਮੈਂ ਸਤਿਕਾਰ ਕਰਦਾ ਹਾਂ। ਮੈਨੂੰ ਕੋਈ ਦਿੱਕਤ ਨਹੀਂ ਕਿਸੇ ਗ੍ਰੰਥ ਨਾਲ, ਕਿਸੇ ਪੰਥ ਨਾਲ, ਕਿਸੇ ਮਰਿਆਦਾ ਨਾਲ। ਪਰ ਇੱਕ ਗੱਲ ਮੈਂ ਉਹਦੇ ਤੇ ਬੜਾ ਦ੍ਰਿੜ ਹਾਂ ਕਿ ਮੈਨੂੰ ਕੋਈ ਮੇਰੇ ਸ਼ਬਦ ਗੁਰੂ ਨਾਲੋਂ ਤੋੜ ਨਹੀਂ ਸਕਦਾ। ਬਸ ਆਹ ਗੱਲ ਪੱਕੀ ਏ। ਬਾਕੀ ਵੇਖੋ, ਵਿਚਾਰ ਹਰ ਇੱਕ ਦੇ ਆਪਣੇ ਨੇ, ਸਾਨੂੰ ਵਿਚਾਰ ਸੁਣਨੇ ਚਾਹੀਦੇ ਨੇ। ਵਿਚਾਰ ਸੁਣਨ ਨੂੰ ਕੋਈ ਵੀ ਹਰਜ ਨਹੀਂ ਹੁੰਦਾ। ਉਹਨਾਂ ਨੇ ਆਪਣੇ ਲੰਬੇ ਚੌੜੇ ਵਿਚਾਰ ਫੋਨ ਤੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਮੈਂ ਸੁਣਦਾ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਬਚਨ ਇਹ ਆਖਿਆ ਸੀ। ਮੈਂ ਆਖਿਆ ਵੀ ਤੁਹਾਡੇ ਬਚਨ ਜਿਹੜੇ ਤੁਸੀਂ ਕਰਦੇ ਹੋ, ਇਹ ਤੁਹਾਨੂੰ ਮੁਬਾਰਕ ਹੋਣ। ਇਹ ਬੜੇ ਚੰਗੇ ਬਚਨ ਨੇ, ਮਾੜੇ ਨਹੀਂ ਹਨ।
ਪਰ ਇਹਨਾਂ ਬਚਨਾਂ ਤੋਂ ਵਧੇਰੇ ਚੰਗੇ ਬਚਨ ਮੇਰੇ ਕੋਲ ਮੌਜੂਦ ਨੇ। ਗੁਰੂ ਨਾਨਕ ਸਾਹਿਬ ਸਾਨੂੰ ਦੇ ਗਏ ਨੇ, ਅਸੀਂ ਉਹਨਾਂ ਨੂੰ ਛੱਡ ਕੇ ਹੁਣ ਇਹਨਾਂ ਬਚਨਾਂ ਦੇ ਪਿੱਛੇ ਕਿਉਂ ਤੁਰੀਏ? ਤੇ ਉਹਨਾਂ ਨੇ ਜੀ ਇੱਕ ਬਚਨ ਆਖਿਆ, ਆਖਣ ਲੱਗੇ ਉਹ ਪੁਰਾਣੀ ਹੋ ਗਈ ਏ ਬਾਣੀ। ਵੇਖੋ ਸੋਚ ਬੰਦਿਆਂ ਦੀ, ਇਹ ਬਾਣੀ ਪੁਰਾਣੀ ਕਰਨ ਵਿੱਚ ਸਾਡਾ ਹੱਥ ਏ, ਸਾਡਾ ਹੱਥ ਏ, ਕਿਉਂਕਿ ਅਸੀਂ ਆਪਣੇ ਮਰਜ਼ੀ ਦੀਆਂ ਪਰੰਪਰਾਵਾਂ ਪਿਰਤਾਂ ਪਾ ਲਈਆਂ ਹੋਈਆਂ ਨੇ। ਇਸ ਕਰਕੇ ਹੀ ਗੁਰਬਾਣੀ ਅੱਜ ਪੁਰਾਣੀ ਲੱਗਣ ਲੱਗ ਪਈ ਏ। ਜੇ ਗੁਰਬਾਣੀ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਜਾਏ ਜਿਸ ਤਰ੍ਹਾਂ ਹੈ, ਇਹ ਕਦੀ ਵੀ ਪੁਰਾਣੀ ਨਾ ਹੋਏਗੀ। ਇਹ ਨਵੀਂ ਏ, ਨਵੇਂ ਯੁੱਗ ਦੀਆਂ ਗੱਲਾਂ ਕਰਦੀ ਏ। ਸਿਰਫ ਗੱਲ ਕਰਨ ਵਾਲੇ ਤੇ ਡਿਪੈਂਡ ਕਰਦਾ ਕਿ ਉਹਦੀ ਆਪਣੀ ਵਿਚਾਰ ਕੀ ਏ। ਜੇ ਤੇ ਉਸਨੇ ਗੁਰਮਤਿ ਨੂੰ ਸਮਝਿਆ ਤੇ ਫਿਰ ਗੁਰਮਤਿ ਕਦੀ ਪੁਰਾਣੀ ਨਹੀਂ ਹੋਏਗੀ। ਜੇ ਗੁਰਮਤਿ ਨੂੰ ਸਮਝਿਆ ਨਹੀਂ ਤੇ ਫਿਰ ਤੇ ਸਾਰਾ ਕੁਝ ਹੀ ਪੁਰਾਣਾ ਹੈ, ਫਿਰ ਤੇ ਨਵਾਂ ਕੁਝ ਵੀ ਨਹੀਂ। ਮੈਂ ਵੀ ਤੇ 67 ਸਾਲ ਪੁਰਾਣਾ ਹੀ ਆ, ਤੁਸੀਂ ਪਤਾ ਨਹੀਂ ਕਿੰਨੇ ਕਿੰਨੇ ਸਾਲ ਪੁਰਾਣੇ ਹੋਵੋਗੇ। ਤੁਸੀਂ ਕਿਹੜੇ ਫਿਰ ਨਵੇਂ ਹੋ? ਸਭ ਕੁਝ ਹੀ ਪੁਰਾਣਾ ਹੋ ਰਿਹਾ। ਇੱਕ ਨੈਨੋ ਸੈਕਿੰਡ ਤੋਂ ਬਾਅਦ ਅਸੀਂ ਪੁਰਾਣੇ ਹੋਣੇ ਸ਼ੁਰੂ ਹੋ ਜਾਂਦੇ ਹਾਂ। ਨਵਾਂ ਤੇ ਫਿਰ ਕੁਝ ਵੀ ਨਹੀਂ ਇੱਥੇ। ਬਸ ਨਵੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਏ, ਜਿਸ ਨੂੰ ਜੁਗੋ ਜੁਗ ਅਟਲ ਆਖੀਦਾ। ਇਹ ਸਦਾ ਲਈ ਨਵੀਂ ਰਹੇਗੀ, ਇਹ ਕਦੀ ਪੁਰਾਣੀ ਨਹੀਂ ਹੋਏਗੀ। ਸਿਰਫ ਸਾਨੂੰ ਸਾਡੀ ਸਮਝ ਦੀ ਹੀ ਉਹਦੇ ਵਿੱਚ ਘਾਟ ਹੋਣੀ ਹੈ ਜੇ ਅਸੀਂ ਇਸ ਨੂੰ ਪੁਰਾਣੀ ਆਖਣ ਲੱਗ ਪਏ ਤਾਂ। ਸੋ ਅੱਜ ਜੀ ਮੈਂ ਤੁਹਾਡੇ ਨਾਲ ਇੰਨੇ ਕੁ ਬਚਨ ਸਾਂਝੇ ਕੀਤੇ ਨੇ। ਮੈਂ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ। ਤੁਸੀਂ ਪਿਆਰ ਨਾਲ ਬੈਠ ਕੇ ਸੁਣ ਲੈਂਦੇ ਹੋ ਤੇ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰ ਲੈਣਾ। ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਦੂਰ ਨਾ ਹੋਈਏ, ਉਸ ਨੂੰ ਜੀਵਨ ਵਿੱਚ ਅਪਣਾਈਏ। ਤੇ ਜਿਹੜਾ ਜੋਧਾ ਵੀਰਾ ਤੇ ਪੂਰਬਾਣੀ, ਇਹ ਕੌਣ ਨੇ? ਆਪਾਂ ਅਗਲੇ ਆਉਣ ਵਾਲੇ ਐਤਵਾਰ ਨੂੰ ਇੱਥੋਂ ਹੀ ਗੱਲ ਸ਼ੁਰੂ ਕਰਕੇ ਫਿਰ ਅੱਗੇ ਵਿਚਾਰ ਸਾਂਝੀ ਕਰਾਂਗੇ। ਉਹਨਾਂ ਦੀ ਧੁਨੀ ਤੇ ਇਹ ਵਾਰ ਜਿਹੜੀ ਹੈ ਗਾਉਣ ਦਾ ਗੁਰੂ ਸਾਹਿਬ ਜੀ ਨੇ ਆਦੇਸ਼ ਕੀਤਾ ਹੋਇਆ ਹੈ। ਸੋ ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।